Good evening, students. We are going to read the next poem on friendship. The poet is Khalil Gibran. First, we will read the introduction to the poem. The poem on friendship has been taken from the book The Prophet by Khalil Gibran. It was written in 1923. It immediately brought the writer into the limelight and made him popular. In this simple poem, the poet extols the virtues and advantages of having friends. Now the word extols means बेटे praise. ठीक है, एक्सटोल करना, प्रेज करना, प्रशंसा करनी किस चीज़ ਦੀ virtues and advantages of having friends. ਦੋਸਤ ਹੋਣ ਤਾਂ ਦੋਸਤ ਹੋਣ ਦੀਆਂ ਕੀ ਐਡਵਾਂਟੇਜਸ ਹੁੰਦੀਆਂ ਨੇਗੀਆਂ, ਇੱਕ ਚੰਗੇ ਦੋਸਤ ਦੇ ਨਾਲ ਤੁਹਾਡੀ ਲਾਈਫ ਕਿੱਦਾਂ ਖੁਸ਼ਹਾਲ ਹੋ ਸਕਦੀ ਹੈ, ਇਸ ਚੀਜ਼ ਨੂੰ ਐਕਸਟੋਲ ਕੀਤਾ ਹੈਗਾ ਪੋਇਟ ਨੇ. A friend is a gift of God. He is God's way of answering your needs. We nurture a bond of friendship with love, and in return, we get gratitude or thanksgiving. A friend is a gift of God. He is God's way of answering your needs. ਇੱਕ ਸੱਚਾ ਦੋਸਤ ਜੋ ਹੁੰਦਾ ਹੈ ਸਾਡੀਆਂ ਸਾਰੀਆਂ ਜ਼ਰੂਰਤਾਂ ਦਾ ਆਨਸਰ ਹੁੰਦਾ ਹੈ. ਸਾਡੀ ਕੋਈ ਵੀ ਜ਼ਰੂਰਤ ਹੈ ਉਹਦਾ ਜਵਾਬ ਜਿਹੜਾ ਹੈ, ਉਹਦਾ ਆਨਸਰ ਜਿਹੜਾ ਹੈ ਇੱਕ ਚੰਗੇ ਦੋਸਤ ਦੇ ਵਿੱਚ ਮਿਲ ਜਾਂਦਾ ਹੈ. ਵੀ ਨਰਚਰ ਅ ਬੌਂਡ ਆਫ ਫਰੈਂਡਸ਼ਿਪ ਵਿਦ ਲਵ. ਫਰੈਂਡਸ਼ਿਪ ਦਾ ਜੋ ਬੌਂਡ ਹੈ ਉਹਨੂੰ ਪਿਆਰ ਦੇ ਨਾਲ ਸਿੰਜਿਆ ਜਾਂਦਾ ਹੈ. ਨਰਚਰ ਕਰਨਾ ਹੁੰਦਾ ਹੈਗਾ ਬੇਟੇ, ਗਰੋ ਕਰਨਾ, ਕਿਸੇ ਚੀਜ਼ ਨੂੰ ਵਧਾਉਣਾ. ਵੀ ਨਰਚਰ ਅ ਬੌਂਡ ਆਫ ਫਰੈਂਡਸ਼ਿਪ. ਫਰੈਂਡਸ਼ਿਪ ਦੇ ਵਿੱਚ ਕੀ ਹੋਣਾ ਚਾਹੀਦਾ ਹੈਗਾ? ਪਿਆਰ. ਐਂਡ ਇਨ ਰਿਟਰਨ ਵੀ ਗੈਟ ਗ੍ਰੈਟੀਟਿਊਡ ਔਰ ਥੈਂਕਸ ਗਿਵਿੰਗ. ਅਤੇ ਜਦੋਂ ਅਸੀਂ ਇੱਕ ਦੋਸਤ ਦੇ ਨਾਲ ਇੱਕ ਪਿਆਰ ਵਾਲਾ ਰਿਸ਼ਤਾ ਕਾਇਮ ਕਰਦੇ ਹਾਂ, ਬਦਲੇ ਦੇ ਵਿੱਚ ਸਾਨੂੰ ਕੀ ਮਿਲਦਾ ਹੈਗਾ? ਗ੍ਰੈਟੀਟਿਊਡ. ਅਗਲਾ ਸਾਡਾ ਅਹਿਸਾਨਮੰਦ ਹੁੰਦਾ ਐਂਡ ਹੀ ਪੇ ਥੈਂਕਸ ਟੂ ਅਸ. A friend acts like a boat, like a boat. Like a boat is a simile used here. ਇੱਕ ਫਰੈਂਡ ਕਿਹਦੇ ਵਰਗਾ? ਇੱਕ ਬੋਰਡ ਦੀ ਤਰ੍ਹਾਂ ਹੈ. That provides strong support in all times. ਉਹ ਬੋਰਡ ਜੋ ਕਿ ਸਟਰੋਂਗਲੀ ਸਪੋਰਟ ਕਰਦਾ ਸਾਡੀ ਹਰ ਇੱਕ ਪਰੇਸ਼ਾਨੀ ਦੇ ਵਿੱਚ. He is like a fireside. ਦੂਜੀ ਸਿਮਲੀ ਹੈ ਬੇਟਾ, like a fireside. That provides us warmth in cold or turbulent times. ਜਦੋਂ ਠੰਡ ਹੁੰਦੀ ਹੈਗੀ ਉਦੋਂ ਨਿੱਘ ਦਿੰਦਾ ਹੈਗਾ ਕੌਣ? ਇੱਕ ਦੋਸਤ. ਬਿਲਕੁਲ ਉੱਦਾਂ ਜਿੱਦਾਂ ਠੰਡ ਦੇ ਵਿੱਚ ਫਾਇਰ ਸਾਈਡ, ਅੱਗ ਦੇ ਕੋਲ ਬੈਠ ਕੇ ਨਿੱਘ ਆਉਂਦਾ, ਉੱਦਾਂ ਹੀ ਜਦੋਂ ਜ਼ਿੰਦਗੀ ਦੇ ਵਿੱਚ ਬੜਾ ਭੈੜਾ ਸਮਾਂ ਚੱਲ ਰਿਹਾ ਹੋਵੇ, ਟਰਬੂਲੈਂਟ ਟਾਈਮਸ ਹੁੰਦਾ ਹੈਗਾ ਬੇਟੇ, ਇਹਦਾ ਮੀਨਿੰਗ ਹੈਗਾ ਔਖਾ ਸਮਾਂ. ਜਦੋਂ ਜ਼ਿੰਦਗੀ ਦੇ ਵਿੱਚ ਬਹੁਤ ਔਖਾ ਸਮਾਂ ਹੋਵੇ ਉਸ ਵਕਤ ਦੋਸਤ ਜਿਹੜਾ ਹੈ ਉਹਦੇ ਕੋਲ ਬੈਠ ਕੇ ਹੀ ਆਰਾਮ ਆ ਸਕਦਾ, ਨਿੱਘ ਆ ਸਕਦਾ. One does not fear to say no ਔਰ ਯੈਸ ਟੂ ਅ ਫਰੈਂਡ. ਬੜੀ ਇੰਪੋਰਟੈਂਟ ਹੈ ਇਹ ਲਾਈਨ ਬੇਟੇ. ਜੇ ਤੁਹਾਡਾ ਦੋਸਤ ਸੱਚਾ ਹੈ, ਅਗਰ ਤੁਹਾਡੀ ਦੋਸਤੀ ਸੱਚੀ ਹੈ ਤਾਂ ਤੁਹਾਨੂੰ ਨਾ ਕਹਿੰਦੇ ਹੋਏ ਜਾਂ ਹਾਂ ਕਹਿੰਦੇ ਹੋਏ ਕੋਈ ਹਿਚਕਚਾਹਟ ਨਹੀਂ ਹੋਏਗੀ, ਕੋਈ ਡਰ ਨਹੀਂ ਹੋਏਗਾ. ਸੋ ਵਨ ਕੈਨ ਆਈਦਰ ਐਗਰੀ ਔਰ ਡਿਸਐਗਰੀ ਵਿਦ ਫਰੈਂਡਸ ਵਿਦਾਊਟ ਐਨੀ ਫੀਅਰ ਆਫ ਅਪਸੈਟਿੰਗ ਦੈਮ. ਇਸ ਲਈ ਅਗਰ ਦੋਸਤ ਦੇ ਨਾਲ ਤੁਸੀਂ ਐਗਰੀ ਕਰਦੇ ਹੋ ਜਾਂ ਡਿਸਐਗਰੀ ਕਰਦੇ ਹੋ ਉਹਦੀ ਕਿਸੇ ਗੱਲ ਦੇ ਨਾਲ, ਤਾਂ ਤੁਹਾਨੂੰ ਇਹ ਡਰ ਨਹੀਂ ਹੁੰਦਾ ਕਿ ਇਹਦੇ ਨਾਲ ਉਹ ਅਪਸੈਟ ਹੋ ਜਾਏਗਾ. One doesn't need to proclaim one's love for a friend. ਅਤੇ ਨਾ ਹੀ ਦੋਸਤਾਂ ਦੇ ਲਈ ਜੋ ਪਿਆਰ ਹੈ ਉਹਦੀ ਸਾਨੂੰ ਅਨਾਊਂਸਮੈਂਟ ਕਰਨੀ ਪੈਂਦੀ ਹੈ. ਪ੍ਰੋਕਲੇਮ ਹੁੰਦਾ ਹੈਗਾ ਬੇਟੇ ਜਤਾਉਣਾ, ਦੱਸਣਾ ਕਿਸੇ ਨੂੰ, ਸਾਨੂੰ ਦੱਸਣ ਦੀ ਵੀ ਲੋੜ ਨਹੀਂ. A friend will be able to read our thoughts even if we do not express them. ਇੱਕ ਫਰੈਂਡ ਸਾਡੇ ਵਿਚਾਰਾਂ ਨੂੰ ਉਦੋਂ ਵੀ ਪੜ੍ਹ ਲੈਂਦਾ ਜਦੋਂ ਅਸੀਂ ਉਹ ਗੱਲਾਂ ਉਹਦੇ ਨਾਲ ਨਾ ਵੀ ਕਰੀਏ. ਜੇ ਅਸੀਂ ਚੁੱਪ ਵੀ ਹਾਂ ਤਾਂ ਵੀ ਸਾਡਾ ਸੱਚਾ ਦੋਸਤ ਸਾਡੇ ਹਰ ਇੱਕ ਵਿਚਾਰ ਨੂੰ, ਸਾਡੇ ਦਿਲ ਦੇ ਅੰਦਰ ਜੋ ਹੈ ਉਹਨੂੰ ਜਾਣ ਲੈਂਦਾ. ਵੀ ਕੈਨ ਓਪਨ ਆਵਰ ਹਾਰਟ ਟੂ ਦੈਮ. ਅਸੀਂ ਆਪਣਾ ਦਿਲ ਖੋਲ੍ਹ ਕੇ ਦੋਸਤ, ਸੱਚੇ ਦੋਸਤ ਨਾਲ ਗੱਲਾਂ ਕਰ ਸਕਦੇ ਹਾਂ. ਸ਼ੇਅਰ ਆਵਰ ਜੋਇਜ਼ ਐਂਡ ਸੋਰੋਜ਼ ਵਿਦ ਦੈਮ. ਦੈਟਸ ਵਾਟ ਕੈਨ ਰੀਫਰੈਸ਼ ਆਵਰ ਹਾਰਟ ਲਾਈਕ ਦਾ ਮੋਰਨਿੰਗ ਡਿਊ. ਅਤੇ ਬਿਲਕੁਲ ਜਿੱਦਾਂ ਸਵੇਰ ਦੀ ਜਿਹੜੀ ਤਰੇਲ ਪਈ ਹੁੰਦੀ ਹੈਗੀ, ਸੱਜਰੀ ਤਰੇਲ ਦੇ ਵਿੱਚ ਜਿਵੇਂ ਹਰ ਇੱਕ ਚੀਜ਼ ਰਿਫਰੈਸ਼ ਹੋ ਜਾਂਦੀ ਹੈ, ਉੱਦਾਂ ਹੀ ਸੱਚੇ ਦੋਸਤ ਦੇ ਨਾਲ ਗੱਲਾਂ ਕਰਕੇ ਸਾਡੀ ਆਤਮਾ ਜਿਹੜੀ ਹੈ ਰਿਫਰੈਸ਼ ਹੋ ਜਾਂਦੀ ਹੈ. ਤਾਂ ਇਹ ਥੀਮ ਸੀ ਬੇਟੇ, ਸਬਜੈਕਟ ਮੈਟਰ ਹੈਗਾ ਪੋਇਮ ਦਾ. ਨੈਕਸਟ ਆਪਾਂ ਪੋਇਮ ਪੜ੍ਹਾਂਗੇ. ਦ ਪੋਇਟ ਯੂਜ਼ਜ਼ ਐਨ ਐਕਸਲੈਂਟ ਇਮੇਜਰੀ ਇਨ ਦ ਪੋਇਮ. ਦ ਯੂਜ਼ ਆਫ ਪ੍ਰੋਪਰ ਸਿਮਲੀਜ਼ ਯੂਜ਼ ਕੀਤੀਆਂ ਨੇ ਬੇਟੇ. ਹੈਲਪਸ ਇਨ ਕਨਵੇਇੰਗ ਹਿਜ਼ ਥੋਟਸ ਐਂਡ ਆਈਡੀਆਜ਼ ਇਨ ਬਿਫਿਟਿੰਗ ਮੈਨਰ. ਵਧੀਆ ਤਰੀਕੇ ਦੇ ਨਾਲ ਪੋਇਟ ਦੀਆਂ ਥਾਟਸ, ਉਹਦੇ ਆਈਡੀਆਜ਼ ਨੂੰ ਸਮਝਣ ਦੇ ਲਈ ਆ ਸਿਮਲੀਜ਼ ਦੀ ਲੋੜ ਪਈ ਹੈ, ਅਤੇ ਇਹਨਾਂ ਸਿਮਲੀਜ਼ ਦੀ ਉਹਨੇ ਬਹੁਤ ਵਧੀਆ ਢੰਗ ਦੇ ਨਾਲ ਵਰਤੋਂ ਕੀਤੀ ਹੈ.
Now let us concentrate on the poem. And a youth said, speak to us of friendship. ਹੁਣ ਆਪਾਂ ਪੜ੍ਹਿਆ ਹੈਗਾ ਆ ਪ੍ਰੋਫਿਟ ਜੋ ਇਹਦੀ ਪੋਇਟਰੀ ਦੀ ਬੁੱਕ ਹੈ ਉਹਦੇ ਵਿੱਚੋਂ ਲਈ ਗਈ ਹੈ ਇਹ ਐਕਸਟ੍ਰੈਕਟ ਜੋ ਹੈ। ਤਾਂ ਇੱਕ ਯੂਥ ਇੱਕ ਨੌਜਵਾਨ ਪੁੱਛਦਾ ਹੈਗਾ ਸਪੀਕ ਟੂ ਅਸ ਆਫ ਫਰੈਂਡਸ਼ਿਪ, ਦੋਸਤੀ ਦੇ ਬਾਰੇ 'ਚ ਹੁਣ ਚਾਨਣਾ ਪਾਓ, ਸਾਨੂੰ ਦੋਸਤੀ ਦੇ ਬਾਰੇ 'ਚ ਦੱਸੋ ਕੀ ਹੈ। ਅਤੇ ਫਿਰ ਪ੍ਰੋਫਿਟ ਕੀ ਕਹਿੰਦਾ ਹੈਗਾ ਬੇਟੇ, ਯੂਅਰ ਫਰੈਂਡ ਇਜ਼ ਯੂਅਰ ਨੀਡਸ ਆਨਸਰਡ, ਵੈਰੀ ਇੰਪੋਰਟੈਂਟ। ਕਹਿੰਦਾ ਤੁਹਾਡਾ ਜਿਹੜਾ ਦੋਸਤ ਹੈ ਉਹ ਤੁਹਾਡੇ ਜ਼ਰੂਰਤਾਂ ਦਾ ਜਵਾਬ ਹੈ। ਤੁਹਾਨੂੰ ਜ਼ਰੂਰਤ ਸੀ ਕੋਈ ਤੁਹਾਡਾ ਆਪਣਾ ਹੋਵੇ, ਤੁਹਾਨੂੰ ਜ਼ਰੂਰਤ ਸੀ ਤੁਹਾਡੇ ਦਿਲ ਦੀਆਂ ਗੱਲਾਂ ਤੁਸੀਂ ਕਿਸੇ ਨਾਲ ਕਰ ਸਕੋ, ਤੁਹਾਨੂੰ ਜ਼ਰੂਰਤ ਹੈ ਕਿ ਤੁਸੀਂ ਕਿਸੇ ਨੂੰ ਆਪਣਾ ਦੁੱਖ ਦੱਸ ਸਕੋ, ਕਿਸੇ ਨੂੰ ਆਪਣੀ ਖੁਸ਼ੀ ਸਾਂਝੀ ਕਰ ਸਕੋ। ਤਾਂ ਉਹਨਾਂ ਸਾਰੀਆਂ ਨੀਡਸ ਦਾ ਜਵਾਬ ਕਿਹਦੇ 'ਚ ਦਿੱਤਾ ਪਰਮਾਤਮਾ ਨੇ, ਇੱਕ ਸੱਚੇ ਦੋਸਤ ਦੇ ਵਿੱਚ। ਤਾਂ ਭਾਵ ਕੀ ਹੈਗਾ, ਵਾਟ ਇਜ਼ ਫਰੈਂਡ, ਫਰੈਂਡ ਇਜ਼ all our needs answered by God. He is your field, ਉਹ ਖੇਤ ਦੀ ਤਰ੍ਹਾਂ, ਉਹ ਖੇਤ ਜਿਹਨੂੰ ਅਸੀਂ ਵਿੱਚ you sow with love, ਜਿਹਨੂੰ ਅਸੀਂ ਪਿਆਰ ਦੇ ਨਾਲ ਬੀਜਦੇ ਹਾਂ, ਪਿਆਰ ਦੇ ਨਾਲ ਬੀਜਦੇ ਹਾਂ। ਰੀਪ ਅਤੇ ਫਿਰ ਫਸਲ ਕੱਟਦੇ ਆਂਗੇ with thanksgiving। ਫਸਲ ਕੀ ਕੱਟਦੇ ਹਾਂ, ਜਦੋਂ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ ਬਦਲੇ ਦੇ ਵਿੱਚ ਸਾਨੂੰ ਕੀ ਮਿਲਦਾ ਹੈਗਾ, ਪਿਆਰ। ਅਤੇ ਜਦੋਂ ਕੋਈ ਸਾਨੂੰ ਪਿਆਰ ਕਰਦਾ ਹੈਗਾ ਦੈਨ ਵੀ ਪੇ ਆਵਰ ਥੈਂਕਸ ਟੂ ਦੈਟ ਪਰਸਨ। ਕਲੀਅਰ ਬੇਟੇ, ਸਮਝ ਆਈ ਲਾਈਨ ਦੀ। ਹੀ ਇਜ਼ ਯੋਰ ਫੀਲਡ, ਉਹ ਫੀਲਡ ਹੈ ਜਿਹਨੂੰ ਤੁਸੀਂ ਪਿਆਰ ਦੀ ਖੇਤੀ ਜਿਹਦੇ ਉੱਪਰ ਕਰਦੇ ਹੋ। ਅਤੇ ਫਸਲ ਜਦੋਂ ਵੱਢਦੇ ਹੋ, ਫਸਲ ਦੇ ਰੂਪ ਦੇ ਵਿੱਚ ਕੀ ਮਿਲਦਾ ਹੈਗਾ, ਉਹ ਤੁਹਾਡੇ ਦੋਸਤ ਦਾ ਵਿਸ਼ਵਾਸ, ਉਹਦਾ ਪਿਆਰ। ਐਂਡ ਯੂ ਰੀਪ ਦਿਸ ਹਾਰਵੈਸਟ ਆਫ ਹੈਪੀਨੈਸ, ਤੁਹਾਨੂੰ ਖੁਸ਼ੀ ਜਿਹੜੀ ਮਿਲਦੀ ਹੈ ਉਸ ਖੁਸ਼ੀ ਦੇ ਵਿੱਚ ਫਿਰ ਤੁਸੀਂ ਥੈਂਕਸ ਕਰਦੇ ਹੋ। ਹੀ ਇਜ਼ ਯੂਅਰ ਬੋਰਡ ਐਂਡ ਯੂਅਰ ਫਾਇਰ ਸਾਈਡ, ਉਹ ਤੁਹਾਡੇ ਲਈ ਇੱਕ ਬੋਰਡ ਹੈ, ਉਹ ਤੁਹਾਡੇ ਲਈ ਫਾਇਰ ਸਾਈਡ ਹੈ ਜਿਹਦੇ ਵਿੱਚ ਤੁਹਾਨੂੰ ਨਿੱਘ ਮਿਲਦਾ ਹੈਗਾ, ਉਹਦੇ ਪਿਆਰ ਦਾ ਨਿੱਘ ਮਿਲਦਾ ਹੈਗਾ। ਅਤੇ ਉਹ ਲੱਕੜ ਦੇ ਤਖਤੇ ਵਰਗਾ ਇੱਕ ਸਖਤ ਬੋਰਡ ਹੈ ਜਿਹੜਾ ਤੁਹਾਨੂੰ ਹਮੇਸ਼ਾ ਸਪੋਰਟ ਕਰਦਾ ਹੈਗਾ। ਫॉर ਯੂ ਕਮ ਟੂ ਹਿਮ ਵਿਦ ਯੂਅਰ ਹੰਗਰ, ਕਿਉਂਕਿ ਤੁਸੀਂ ਉਹਦੇ ਕੋਲ ਉਦੋਂ ਆਉਂਦੇ ਹੋ, ਕਿਹਦੇ ਕੋਲ, ਫਰੈਂਡ ਦੇ ਕੋਲ, ਜਦੋਂ ਤੁਹਾਨੂੰ ਭੁੱਖ ਲੱਗੀ ਹੋਵੇ। ਭੁੱਖ ਕਾਹਦੀ ਲੱਗੀ ਹੋਵੇ, ਗੱਲਾਂ ਕਰਨ ਦੀ। ਜਦੋਂ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਕਰਨੀਆਂ ਹੋਣ ਫਿਰ ਤੁਸੀਂ ਕਿਹਦੇ ਕੋਲ ਆਉਂਦੇ ਹੋਗੇ, ਯੂ ਕਮ ਟੂ ਹਿਮ, ਤੁਸੀਂ ਆਪਣੇ ਦੋਸਤ ਕੋਲ ਆਉਂਦੇ ਹੋ। ਯੂ ਸੀਕ ਹਿਮ ਫॉर ਪੀਸ, ਅਤੇ ਤੁਹਾਨੂੰ ਦੋਸਤ ਚਾਹੀਦਾ ਹੈਗਾ, ਕਾਹਦੇ ਲਈ ਚਾਹੀਦਾ, ਕਿਉਂਕਿ ਤੁਸੀਂ ਸ਼ਾਂਤੀ ਦੇ ਨਾਲ ਰਹਿਣਾ ਚਾਹੁੰਦੇ ਹੋ। ਭਾਵ ਕੀ ਹੈ, ਤੁਸੀਂ ਕਿਸੇ ਚੀਜ਼ ਨੂੰ ਲੈ ਕੇ ਬਹੁਤ ਪਰੇਸ਼ਾਨ ਹੋਗੇ, ਦੈਨ ਯੂ ਗੋ ਟੂ ਯੂਅਰ ਟਰੂ ਫਰੈਂਡ, ਫਿਰ ਤੁਸੀਂ ਆਪਣੇ ਟਰੂ ਫਰੈਂਡ ਕੋਲ ਜਾਂਦੇ ਹੋ। ਕਿਉਂ, ਉਹਦੇ ਨਾਲ ਗੱਲਾਂ ਕਰਕੇ, ਉਹਦੇ ਨਾਲ ਆਪਣਾ ਦੁੱਖ ਜਾਂ ਸੁੱਖ ਸਾਂਝਾ ਕਰਕੇ ਯੂ ਗੈਟ ਪੀਸ, ਤੁਹਾਨੂੰ ਸ਼ਾਂਤੀ ਆਉਂਦੀ ਹੈ। ਵੈਨ ਯੂਅਰ ਫਰੈਂਡ ਸਪੀਕਸ ਹਿਜ਼ ਮਾਈਂਡ ਯੂ ਫੀਅਰ ਨੋਟ ਦ ਨੇਮ ਯੂਅਰ ਮਾਈਂਡ, ਵੈਨ ਯੂਅਰ ਫਰੈਂਡ ਸਪੀਕਸ ਹਿਜ਼ ਮਾਈਂਡ, ਜਦੋਂ ਤੁਹਾਡਾ ਦੋਸਤ ਆਪਣੇ ਮਨ ਦੀਆਂ ਗੱਲਾਂ ਤੁਹਾਡੇ ਨਾਲ ਕਰ ਰਿਹਾ ਹੁੰਦਾ, ਯੂ ਫੀਅਰ ਨੋਟ ਦ ਨੇਮ ਯੂਅਰ ਓਨ ਮਾਈਂਡ, ਅਤੇ ਤੁਹਾਡੇ ਮਨ ਦੇ ਵਿੱਚ ਗੱਲ ਆਉਂਦੀ ਹੈ ਕਿ ਨਹੀਂ ਇੱਦਾਂ ਤੱਕ ਸਹੀ ਨਹੀਂ ਹੈਗਾ, ਤੁਸੀਂ ਉਹਨੂੰ ਨਾਲ ਦੀ ਨਾਲ ਕਹਿ ਦਿੰਦੇ ਹੋ ਕਿ ਨਹੀਂ ਤੇਰੀ ਇਹ ਗੱਲ ਗਲਤ ਹੈ। ਤੁਹਾਨੂੰ ਡਰ ਨਹੀਂ ਲੱਗਦਾ ਹੈਗਾ, ਨਾ ਕਹਿਣ ਤੋਂ ਡਰ ਨਹੀਂ ਲੱਗਦਾ, ਕਿਉਂਕਿ ਜਿੱਥੇ ਤੁਹਾਨੂੰ ਨਾ ਕਹਿਣ ਤੋਂ ਡਰ ਲੱਗ ਗਿਆ ਇਹਦਾ ਮਤਲਬ ਤੁਹਾਡੀ ਦੋਸਤੀ ਸੱਚੀ ਨਹੀਂ ਹੈ। ਟਰੂ ਫਰੈਂਡਸ਼ਿਪ ਦੇ ਵਿੱਚ ਤੁਹਾਨੂੰ ਨਾ ਕਹਿਣ ਤੋਂ ਡਰ ਨਹੀਂ ਲੱਗਦਾ। ਨੇ ਮੀਨਸ ਬੇਟਾ ਨੋ, ਨੋਰ ਡੂ ਯੂ ਵਿਦਹੋਲਡ ਦਾ ਏ ਮੀਨਸ ਯੈਸ, ਅਤੇ ਜਦੋਂ ਤੁਹਾਨੂੰ ਲੱਗਦਾ ਕਿ ਤੁਸੀਂ ਉਹਦੀ ਗੱਲ ਨਾਲ ਐਗਰੀ ਕਰ ਰਹੇ ਹੋ, ਸਹਿਮਤ ਹੋ, ਫਿਰ ਯੈਸ ਕਹਿਣ ਲਈ ਵੀ ਤੁਸੀਂ ਰੁਕਦੇ ਨਹੀਂ ਹੈਗੇ, ਫਟਾਫਟ ਤੁਸੀਂ ਉਹਦੀ ਗੱਲ ਦੇ ਨਾਲ ਐਗਰੀ ਵੀ ਕਰ ਜਾਂਦੇ ਹੋਗੇ। ਤਾਂ ਭਾਵ ਇਸ ਲਾਈਨ ਦਾ ਬੇਟੇ, ਵੈਨ ਯੂਅਰ ਫਰੈਂਡ ਸਪੀਕਸ ਹਿਜ਼ ਮਾਈਂਡ, ਜਦੋਂ ਤੁਹਾਡਾ ਦੋਸਤ ਗੱਲਾਂ ਕਰ ਰਿਹਾ ਹੁੰਦਾ ਤੁਹਾਡੇ ਨਾਲ, ਆਪਣੇ ਮਨ ਦੀਆਂ ਜਾਂ ਆਪਣੇ ਕੋਈ ਵਿਚਾਰ ਰੱਖ ਰਿਹਾ ਹੁੰਦਾ, ਸਪੀਕਸ ਹਿਜ਼ ਮਾਈਂਡ, ਆਪਣੇ ਵਿਚਾਰ ਤੁਹਾਨੂੰ ਦੱਸ ਰਿਹਾ ਹੁੰਦਾ, ਤਾਂ ਜੇ ਤੁਸੀਂ ਡਿਸਐਗਰੀ ਕਰਦੇ ਹੋ ਤਾਂ ਨੋ ਵੀ ਕਹਿ ਸਕਦੇ ਹੋ, ਜੇ ਐਗਰੀ ਕਰਦੇ ਹੋ ਤਾਂ ਯੈਸ ਵੀ ਕਹਿ ਸਕਦੇ ਹੋ। ਯੂ ਫੀਅਰ ਨੋਟ, ਤੁਹਾਨੂੰ ਕੋਈ ਡਰ ਨਹੀਂ ਹੁੰਦਾ ਹੈਗਾ। ਕਈ ਵਾਰੀ ਅਸੀਂ ਡਰਦੇ ਕਿਸੇ ਨੂੰ ਨਾ ਨਹੀਂ ਕਹਿੰਦੇ, ਇਹ ਨਾਰਾਜ਼ ਨਾ ਹੋ ਜੇ, ਤਾਂ ਫਿਰ ਇਹਦਾ ਮਤਲਬ ਕੀ ਹੈ, ਸਾਡੀ ਉੱਥੇ ਸੱਚੀ ਦੋਸਤੀ ਨਹੀਂ ਹੈਗੀ। ਜੇ ਸੱਚੀ ਦੋਸਤੀ ਹੈ ਤੁਹਾਨੂੰ ਨਾ ਕਹਿੰਦਿਆਂ ਨੂੰ ਵੀ ਡਰ ਨਹੀਂ ਲੱਗਦਾ, ਯੈਸ ਕਹਿੰਦਿਆਂ ਨੂੰ ਵੀ ਡਰ ਨਹੀਂ ਲੱਗਦਾ। ਐਂਡ ਵੈਨ ਹੀ ਇਜ਼ ਸਾਈਲੈਂਟ ਯੂਅਰ ਹਾਰਟ ਸੀਜ਼ਸ ਨੋਟ ਟੂ ਲਿਸਨ ਟੂ ਹਿਜ਼ ਹਾਰਟ, ਅਤੇ ਜਦੋਂ ਉਹ ਖਾਮੋਸ਼ ਹੁੰਦਾ, ਜਦੋਂ ਤੁਹਾਡਾ ਦੋਸਤ ਚੁੱਪ ਹੁੰਦਾ ਹੈਗਾ, ਇਹ ਨਹੀਂ ਹੈਗਾ
ਕਿ ਤੁਹਾਨੂੰ ਉਹਦੀਆਂ ਗੱਲਾਂ ਸੁਣਨੀਆਂ ਬੰਦ ਹੋ ਜਾਂਦੀਆਂ ਨੇ। ਉਹ ਜ਼ੁਬਾਨ ਨਾਲ ਬੰਦ ਹੋ ਜਾਂਦਾ, ਉਹਦੀ ਜ਼ੁਬਾਨ ਬੰਦ ਹੋ ਜਾਂਦੀ, ਉਹ ਗੱਲਾਂ ਨਹੀਂ ਕਰ ਰਿਹਾ ਤੁਹਾਡੇ ਨਾਲ, ਪਰ ਤੁਹਾਡਾ ਦਿਲ ਜਿਹੜਾ ਹੈਗਾ ਲਿਸਨਸ ਟੂ ਹਿਜ਼ ਹਾਰਟ, ਤੁਹਾਡਾ ਦਿਲ ਉਹਦੇ ਦਿਲ ਦੀਆਂ ਗੱਲਾਂ ਸੁਣ ਰਿਹਾ ਹੁੰਦਾ ਹੈਗਾ। ਯੂਅਰ ਹਾਰਟ ਸੀਜ਼ਜ਼ ਨਾਟ, ਸੀਜ਼ ਦਾ ਮਤਲਬ ਹੁੰਦਾ ਹੈਗਾ ਬੇਟੇ ਸਟਾਪ, ਸਟਾਪ ਨਾਟ ਦਾ ਮਤਲਬ ਕੀ ਹੈ? ਨਹੀਂ ਰੁਕਦਾ। ਤੁਹਾਡਾ ਦਿਲ ਨਹੀਂ ਰੁਕਦਾ, ਉਹਦੇ ਦਿਲ ਨੂੰ ਸੁਣ ਹੀ ਲੈਂਦਾ। ਫॉर ਵਿਦਾਊਟ ਵਰਡਸ ਇਨ ਫਰੈਂਡਸ਼ਿਪ, ਕਿਉਂਕਿ ਫਰੈਂਡਸ਼ਿਪ ਦੇ ਵਿੱਚ ਸ਼ਬਦਾਂ ਤੋਂ ਬਿਨਾਂ all thoughts, all desires, all expectations are born and shared, very important। ਸੱਚੀ ਦੋਸਤੀ ਦੇ ਵਿੱਚ ਸ਼ਬਦਾਂ ਤੋਂ ਬਿਨਾਂ ਵੀ ਸਾਰੇ ਵਿਚਾਰ, ਸਾਰੀਆਂ ਇੱਛਾਵਾਂ, ਸਾਰੀਆਂ ਐਕਸਪੈਕਟੇਸ਼ਨਸ ਹੁੰਦੀਆਂ ਨੇ ਬੇਟੇ, ਜੋ ਅਸੀਂ ਕਿਸੇ ਕੋਲੋਂ ਐਕਸਪੈਕਟ ਕਰਦੇ ਹਾਂ ਕਿ ਅਗਲਾ ਸਾਡੇ ਲਈ ਇਹ ਕਰੇਗਾ, ਠੀਕ ਹੈ। ਤਾਂ ਸਾਰੇ ਵਿਚਾਰ, ਸਾਰੀਆਂ ਡਿਜ਼ਾਇਰ, ਸਾਰੀਆਂ ਐਕਸਪੈਕਟੇਸ਼ਨਸ ਬੋਰਨ ਐਂਡ ਸ਼ੇਅਰਡ, ਬਿਨਾਂ ਸ਼ਬਦਾਂ ਤੋਂ ਹੀ ਇਹ ਸ਼ੇਅਰ ਹੋ ਜਾਂਦੀਆਂ ਨੇ ਵਿਦ ਜੋਏ, ਔਰ ਪੂਰੀ ਖੁਸ਼ੀ ਦੇ ਨਾਲ। ਦੈਟ ਇਜ਼ ਅਨਅਕਲੇਮਡ, ਉਹ ਖੁਸ਼ੀ ਜਿਹਨੂੰ ਬਿਆਨਿਆ ਵੀ ਨਹੀਂ ਜਾ ਸਕਦਾ, ਜਿਹੜੀ ਖੁਸ਼ੀ ਦੇ ਬਾਰੇ 'ਚ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਸੋ ਇਜ਼ ਇਟ ਕਲੀਅਰ? ਫਰੈਂਡਸ਼ਿਪ ਦੇ ਵਿੱਚ ਸ਼ਬਦਾਂ ਤੋਂ ਬਿਨਾਂ ਵੀ ਸਾਰੀਆਂ ਜਿਹੜੀਆਂ ਜੋ ਗੱਲਾਂ ਨੇ, ਜੋ ਵਿਚਾਰ ਨੇ, ਉਹ ਸ਼ੇਅਰ ਹੋ ਜਾਂਦੇ ਨੇ ਔਰ ਬੜੀ ਖੁਸ਼ੀ ਦੇ ਨਾਲ ਹੁੰਦੇ ਨੇ। I hope you are understanding bete. Yes, when you part from your friend, part from ਦਾ ਮਤਲਬ ਹੁੰਦਾ ਹੈ ਬੇਟੇ ਵਿਦਾ ਹੋਣਾ, ਦੂਰ ਜਾਣਾ। You grieve not, grieve ਦੁਖੀ, ਫਿਰ ਤੁਸੀਂ ਉਦਾਸ ਨਹੀਂ ਹੁੰਦੇ, ਦੁਖੀ ਨਹੀਂ ਹੁੰਦੇ। ਜਦੋਂ ਤੁਹਾਡਾ ਸੱਚਾ ਦੋਸਤ ਤੁਹਾਡੇ ਕੋਲੋਂ ਦੂਰ ਜਾਂਦਾ, ਤੁਸੀਂ ਦੁਖੀ ਨਹੀਂ ਹੁੰਦੇ ਹੈਗੇ। For that which you love most in him, ਕਿਉਂ? For, because that which you love most in him, ਜਿਹੜੀ ਚੀਜ਼ ਕਰਕੇ ਤੁਸੀਂ ਉਹਨੂੰ ਸਭ ਤੋਂ ਵੱਧ ਪਿਆਰ ਕਰਦੇ ਹੋ ਨਾ, may be clearer in his absence, ਹੋ ਸਕਦਾ ਹੈਗਾ ਉਹਦੀ ਗੈਰ ਹਾਜ਼ਰੀ ਦੇ ਵਿੱਚ ਹੀ ਉਹ ਚੀਜ਼ ਦਾ ਤੁਹਾਨੂੰ ਅਹਿਸਾਸ ਜ਼ਿਆਦਾ ਹੋ ਜਾਵੇ। as the mountain is the to the climber is clearer from the plain, as ਜਿਵੇਂ ਕਿ, ਸੋ ਸਿਮਲੀ ਹੈ ਬੇਟਾ, ਐਜ਼ ਦਾ ਮਾਊਂਟੇਨ, ਜਿਵੇਂ ਜਿਹੜਾ ਪਹਾੜ ਹੈਗਾ, ਇੱਕ ਕਲਾਈਂਬਰ ਹੈ, ਜਦੋਂ ਪਹਾੜ ਦੇ ਉੱਪਰ ਚੜ੍ਹਦਾ ਉਦੋਂ ਉਹਨੂੰ ਪਹਾੜ ਦੇ ਬਾਰੇ 'ਚ ਉਹ ਪਹਾੜ ਪੂਰਾ ਦਿਖਾਈ ਨਹੀਂ ਦਿੰਦਾ, ਪਰ ਜਦੋਂ ਉਹ ਦੂਰ ਮੈਦਾਨ ਦੇ ਵਿੱਚ ਖੜ੍ਹ ਕੇ ਦੇਖ ਰਿਹਾ ਹੁੰਦਾ, ਉਹਨੂੰ ਸਾਰਾ ਪਹਾੜ ਕਲੀਅਰ ਦਿਖਾਈ ਦਿੰਦਾ ਦੂਰ ਖੜ੍ਹੇ ਨੂੰ, ਠੀਕ ਹੈ। ਉੱਦਾਂ ਹੀ ਦੋਸਤ ਜਦੋਂ ਗੈਰ ਹਾਜ਼ਰ ਹੁੰਦਾ, ਐਬਸੈਂਟ ਹੁੰਦਾ, ਉਦੋਂ ਪਤਾ ਲੱਗਦਾ ਕਿ ਉਹਦੀ ਕਿਹੜੀ ਚੀਜ਼ ਹੈ ਜਿਹਦੇ ਕਰਕੇ ਅਸੀਂ ਉਹਨੂੰ ਇੰਨਾ ਪਿਆਰ ਕਰਦੇ ਹਾਂ। ਸਮਝ ਆਈ ਬੇਟੇ? ਵੈਨ ਯੂ ਪਾਰਟ ਫਰੋਮ ਯੂਅਰ ਫਰੈਂਡ, ਜਦੋਂ ਤੁਸੀਂ ਆਪਣੇ ਦੋਸਤ ਤੋਂ ਦੂਰ ਹੁੰਦੇ ਹੋ, ਯੂ ਗਰੀਵ ਨਾਟ, ਤੁਸੀਂ ਦੁਖੀ ਨਹੀਂ ਹੁੰਦੇ। ਕਿਉਂ ਨਹੀਂ ਹੁੰਦੇ? ਕਿਉਂਕਿ ਜਦੋਂ ਦੋਸਤ ਐਬਸੈਂਟ ਹੁੰਦਾ, ਉਦੋਂ ਫਿਰ ਉਹਦੀਆਂ ਅੱਛਾਈਆਂ ਸਾਨੂੰ ਜ਼ਿਆਦਾ ਚੰਗੀ ਤਰ੍ਹਾਂ, ਜ਼ਿਆਦਾ ਕਲੀਅਰਲੀ ਦਿਖਦੀਆਂ ਨੇਗੀਆਂ, ਠੀਕ ਹੈ। ਆਪਾਂ ਕਹਿ ਦਿੰਦੇ ਹਾਂ ਨਾ ਕਿ ਕੋਈ ਗੱਲ ਨਹੀਂ, ਜਦੋਂ ਮੈਂ ਚਲਾ ਗਿਆ ਫਿਰ ਤੈਨੂੰ ਅਹਿਸਾਸ ਹੋਊਗਾ ਮੇਰੇ ਬਾਰੇ 'ਚ, ਆਪਾਂ ਅਕਸਰ ਕਹਿੰਦੇ ਹਾਂ ਆਪਣੇ ਦੋਸਤਾਂ ਨੂੰ। ਤਾਂ ਉਹਦਾ ਮਤਲਬ ਇਹੀ ਹੈ ਕਿ ਐਬਸੈਂਸ ਦੇ ਵਿੱਚ ਹੀ ਸਾਨੂੰ ਅਹਿਸਾਸ ਹੁੰਦਾ ਕਿ ਬੰਦੇ ਦੇ ਵਿੱਚ ਕੀ ਖੂਬੀਆਂ ਸੀ, ਕੀ ਉਹਦੀਆਂ ਕੁਆਲਿਟੀਜ਼ ਸੀ। ਬਿਲਕੁਲ ਉੱਦਾਂ ਹੀ ਜਿੱਦਾਂ ਇੱਕ ਮਾਊਂਟੇਨ ਕਲਾਈਂਬਰ ਨੂੰ ਦੂਰ ਮੈਦਾਨ 'ਚ ਖੜ੍ਹਾ ਹੋ ਕੇ ਮਾਊਂਟੇਨ ਕਲੀਅਰ ਦਿਖਾਈ ਦਿੰਦਾ। ਐਂਡ ਲੈਟ ਦੇਅਰ ਬੀ ਨੋ ਪਰਪਜ਼ ਇਨ ਫਰੈਂਡਸ਼ਿਪ ਸੇਵ ਦ ਡੀਪਨਿੰਗ ਆਫ ਦ ਸਪਿਰਿਟ। ਲੈਟ ਦੇਅਰ ਬੀ ਨੋ ਪਰਪਜ਼ ਇਨ ਫਰੈਂਡਸ਼ਿਪ, ਬਸ ਫਰੈਂਡਸ਼ਿਪ ਦੇ ਵਿੱਚ ਹੋਰ ਕੋਈ ਪਰਪਜ਼ ਹੋਣਾ ਹੀ ਨਹੀਂ ਚਾਹੀਦਾ ਸਿਵਾਏ, ਸੇਵ ਦਾ ਮਤਲਬ ਇੱਥੇ ਕੀ ਹੈ ਬੇਟਾ? ਸਿਵਾਏ। ਓਨਲੀ ਵਨ ਪਰਪਜ਼ ਸ਼ੁੱਡ ਬੀ ਦੇਅਰ, ਓਨਲੀ ਵਨ ਪਰਪਜ਼ ਸ਼ੁੱਡ ਬੀ ਦੇਅਰ। ਕਿਹੜਾ ਪਰਪਜ਼? ਡੀਪਨਿੰਗ ਆਫ ਦਾ ਸਪਿਰਿਟ। ਡੀਪਨਿੰਗ ਆਫ ਦਾ ਸਪਿਰਿਟ ਦਾ ਮਤਲਬ ਕੀ ਹੈ ਬੇਟੇ? ਦੋ ਆਤਮਾਵਾਂ, ਇੱਕ ਸਾਡੇ ਦੋਸਤ ਦੀ, ਇੱਕ ਸਾਡੀ, ਠੀਕ ਹੈ। ਦੋਵੇਂ ਆਤਮਾਵਾਂ ਜਿਹੜੀਆਂ ਨੇ ਹੋਰ ਡੂੰਘੇ ਤਰੀਕੇ ਦੇ ਨਾਲ, ਹੋਰ ਡੀਪਲੀ ਜੁੜ ਜਾਣ ਆਪਸ ਦੇ ਵਿੱਚ। ਤਾਂ ਮਤਲਬ ਕੀ ਹੈਗਾ ਕਿ ਇੱਕ ਸਟਰੋਂਗ, ਇੱਕ ਵੈਰੀ ਸਟਰੋਂਗ ਰਿਲੇਸ਼ਨ ਜਿਹੜਾ ਹੈਗਾ, ਦੈਟ ਇਜ਼ ਦਾ ਓਨਲੀ ਪਰਪਜ਼ ਆਫ ਫਰੈਂਡਸ਼ਿਪ। ਲੈਟ ਦੇਅਰ ਬੀ ਨੋ ਪਰਪਜ਼ ਇਨ ਫਰੈਂਡਸ਼ਿਪ, ਫਰੈਂਡਸ਼ਿਪ ਦੇ ਵਿੱਚ ਹੋਰ ਕੋਈ ਪਰਪਜ਼ ਨਹੀਂ ਹੋਣਾ ਚਾਹੀਦਾ ਸਿਵਾਏ ਇੱਕ ਬਹੁਤ ਡੂੰਘੇ ਰਿਲੇਸ਼ਨ ਤੋਂ। For love that seeks aught but the disclosure of its own mystery is not love। ਹੁਣ ਅੱਗੋਂ ਡਿਫਾਈਨ ਕਰ ਰਿਹਾ ਬੇਟੇ, ਉਹ ਪਿਆਰ
that seeks ought, ਜਿਹੜਾ ਕੁਝ ਵੀ ਨਹੀਂ ਚਾਹੁੰਦਾ। ought ਦਾ ਮਤਲਬ ਹੈ ਬੇਟਾ nothing। that seeks nothing but ਕੀ ਚਾਹੁੰਦਾ, ਸਿਰਫ ਚਾਹੁੰਦਾ ਹੈਗਾ disclosure of its own mystery, ਕਿ ਆਪਣੀਆਂ ਹੀ ਗੱਲਾਂ ਕਹੀ ਜਾਵੇ, ਆਪਣੀਆਂ ਹੀ ਮਿਸਟਰੀਜ਼ ਦੱਸੀ ਜਾਵੇ। ਉਹ ਲਵ ਨਹੀਂ ਹੈ। ਉਹ ਕੀ ਹੈਗਾ, ਨੈਟ ਕਾਸਟ ਫੋਰਥ, ਇੱਕ ਟਰੈਪ ਹੈ, ਇੱਕ ਜਾਲ ਵਿਛਾਇਆ ਹੁੰਦਾ ਹੈਗਾ। ਓਨਲੀ ਦਾ ਅਨਪ੍ਰੋਫਿਟੇਬਲ ਇਜ਼ ਕੌਟ, ਜਿਹਦੇ ਵਿੱਚੋਂ ਕੋਈ ਲਾਭ ਵਾਲੀ ਚੀਜ਼ ਨਹੀਂ ਮਿਲਦੀ। ਦੁਬਾਰਾ ਐਕਸਪਲੇਨ ਕਰ ਰਹੀ ਹਾਂ ਬੇਟਾ ਇਸੇ ਲਾਈਨ ਨੂੰ। ਦੇਖੋ ਬੇਟੇ ਇੱਥੇ ਐਗਜ਼ਾਮਪਲ ਕੀ ਹੈ ਕਿ ਕੁਝ ਲੋਕ ਉਹ ਹੁੰਦੇ ਨੇਗੇ ਰਾਈਟ, ਜਿਨ੍ਹਾਂ ਨੂੰ ਦੂਜੇ ਦੇ ਨਾਲ ਮਤਲਬ ਨਹੀਂ ਹੁੰਦਾ ਹੈਗਾ, ਸਿਰਫ ਮੈਂ ਆਪਦੀਆਂ ਕਹਿ ਲਵਾਂ, ਮੈਂ ਆਪਣੀਆਂ ਮਿਸਟਰੀਜ਼ ਜਿਹੜੀਆਂ ਹੈਗੀਆਂ ਨੇਗੀਆਂ ਉਹਨਾਂ ਨੂੰ ਡਿਸਕਲੋਜ਼ ਕਰ ਲਵਾਂ, ਉਹਨਾਂ ਨੂੰ ਅਗਲੇ ਨੂੰ ਦੱਸ ਲਵਾਂ। ਠੀਕ ਹੈ, ਮੈਂ ਸਿਰਫ ਆਪਣੇ ਬਾਰੇ ਦੱਸ ਲਵਾਂ, ਅਗਲੇ ਦਾ ਦੁੱਖ ਨਾ ਸੁਣਾ, ਫਿਰ ਉਹ ਪਿਆਰ ਨਹੀਂ ਹੈ। ਪਿਆਰ ਇਜ਼ ਕੀ ਹੈ ਬੇਟਾ, ਲਵ ਇਜ਼ ਗਿਵ ਐਂਡ ਟੇਕ। ਅਗਰ ਤੁਸੀਂ ਆਪਣਾ ਦੁੱਖ ਉਹਨੂੰ ਦੱਸਦੇ ਹੋ ਤਾਂ ਅਗਲੇ ਦਾ ਦੁੱਖ ਸੁਣ ਕੇ ਉਹ ਵੀ ਸਾਂਝਾ ਕਰੋ। ਜਿੱਥੇ ਪਿਆਰ ਦੇ ਵਿੱਚ ਸਿਰਫ ਇਹ ਹੁੰਦਾ ਹੈਗਾ ਡਿਸਕਲੋਜ਼ਰ ਆਫ ਇਟਸ ਓਨ ਮਿਸਟਰੀ, ਕਿ ਆਪਣੀਆਂ ਹੀ ਗੱਲਾਂ ਕਹੀ ਜਾਓ, ਉਹ ਫਿਰ ਪਿਆਰ ਨਹੀਂ ਹੁੰਦਾ। ਉਹ ਕੀ ਹੁੰਦਾ ਬੇਟੇ, ਉਹ ਇੱਕ ਟਰੈਪ ਹੈ, ਉਹ ਇੱਕ ਜਾਲ ਹੈਗਾ। ਉੱਥੋਂ ਫਿਰ ਬੇਟੇ ਅਨਪ੍ਰੋਫਿਟੇਬਲ, ਉੱਥੇ ਤਾਂ ਫਿਰ ਪ੍ਰੋਫਿਟੇਬਲ ਤਾਂ ਕੁਝ ਹੋਏਗਾ ਹੀ ਨਹੀਂ। ਅਨਪ੍ਰੋਫਿਟੇਬਲ ਬੇਟੇ ਪ੍ਰੋਫਿਟ ਦਾ ਉਲਟ ਹੋ ਗਿਆ, ਉੱਥੇ ਤਾਂ ਫਿਰ ਹਾਨੀ ਹੀ ਹੁੰਦੀ ਹੈਗੀ, ਉੱਥੇ ਲੋਸ ਹੀ ਹੁੰਦਾ। ਅਨਪ੍ਰੋਫਿਟੇਬਲ ਨੂੰ ਆਪਾਂ ਕਹਿ ਲਈਏ ਲੋਸ। ਲੋਸ ਇਜ਼ ਗॉट, ਅਜਿਹੀ ਦੋਸਤੀ ਦੇ ਵਿੱਚੋਂ ਸਿਰਫ ਲੋਸ ਹੀ ਮਿਲਦਾ। ਐਂਡ ਲੈਟ ਯੂਅਰ ਬੈਸਟ ਬੀ, ਲੈਟ ਯੂਅਰ ਬੈਸਟ ਬੀ ਫॉर ਯੂਅਰ ਫਰੈਂਡ। ਇਸ ਲਈ ਜੋ ਵੀ ਤੁਹਾਡੇ 'ਚ ਬੈਸਟ ਹੈ, ਜਿੰਨੀਆਂ ਵੀ ਚੀਜ਼ਾਂ ਤੁਹਾਡੇ 'ਚ ਬੈਸਟ ਨੇਗੀਆਂ, ਬੀ ਫॉर ਯੂਅਰ ਫਰੈਂਡ, ਉਹ ਆਪਣੇ ਦੋਸਤ ਦੇ ਲਈ ਨਿਸ਼ਾਵਰ ਕਰ ਦਿਓ। ਜੋ ਵੀ ਤੁਹਾਡੇ 'ਚ ਬੈਸਟ ਹੈਗਾ, ਜੋ ਵੀ ਤੁਹਾਡੇ 'ਚ ਵਧੀਆ ਹੈਗਾ, ਉਸ ਹਰ ਇੱਕ ਵਧੀਆ ਚੀਜ਼ ਦੇ ਉੱਪਰ ਤੁਹਾਡੇ ਦੋਸਤ ਦਾ ਹੱਕ ਹੋਣਾ ਚਾਹੀਦਾ ਹੈ। ਇਫ ਹੀ ਮਸਟ ਨੋ ਦ ਐਬ ਆਫ ਯੂਅਰ ਟਾਈਡ। ਦੇਖੋ ਬੇਟੇ ਐਬ ਐਂਡ ਟਾਈਡ ਰਾਈਟ, ਹਾਈ ਐਂਡ ਲੋ। ਲਾਈਫ ਦੇ ਵਿੱਚ ਵੀ ਅਪ ਐਂਡ ਡਾਊਨ ਆਉਂਦੇ ਨੇਗੇ, ਅਤੇ ਜੇ ਸਾਰੇ ਐਬਸ ਦੇ ਬਾਰੇ 'ਚ ਉਹਨੂੰ ਪਤਾ ਹੈ, ਲੈਟ ਹਿਮ ਨੋ ਇਟਸ ਫਲੱਡ ਆਲਸੋ, ਤਾਂ ਫਿਰ ਉਹਨੂੰ ਟਾਈਡਸ ਦੇ ਬਾਰੇ 'ਚ ਵੀ ਦੱਸੋ। ਤਾਂ ਮਤਲਬ ਇੱਥੇ ਐਬ ਅਤੇ ਫਲੱਡ ਦਾ ਕੀ ਹੈ ਬੇਟੇ, ਐਬ ਮੀਨਸ ਲੋ, ਲੋ ਦਾ ਮਤਲਬ ਕੀ ਹੈਗਾ, ਸੋਰੋਜ਼ ਆਫ ਯੂਅਰ ਲਾਈਫ ਰਾਈਟ। ਲੈਟ ਹਿਮ ਨੋ ਦਾ ਜੋਇਜ਼ ਆਲਸੋ, ਉਹਦੇ ਨਾਲ ਆਪਣੀਆਂ ਖੁਸ਼ੀਆਂ, ਉਹਦੇ ਨਾਲ ਆਪਣੇ ਦੁੱਖ, ਹਰ ਇੱਕ ਚੀਜ਼ ਸਾਂਝੀ ਕਰੋ। ਜੋ ਵੀ ਤੁਹਾਡੇ 'ਚ ਬੈਸਟ ਹੈ, ਤੁਹਾਨੂੰ ਕੋਈ ਖੁਸ਼ੀ ਮਿਲੀ ਹੈ ਉਹ ਵੀ ਆਪਣੇ ਦੋਸਤ ਨਾਲ ਸਾਂਝੀ ਕਰੋ, ਤੁਹਾਨੂੰ ਕਿਸੇ ਨੇ ਤੁਹਾਡਾ ਦਿਲ ਦੁਖਾਇਆ ਉਹ ਵੀ ਦੋਸਤ ਨਾਲ ਸਾਂਝਾ ਕਰੋ ਰਾਈਟ। ਤਾਂ ਹੀ ਮਸਟ ਨੋ ਦ ਐਬ ਆਫ ਯੂਅਰ ਟਾਈਡ, ਤੁਹਾਡੀ ਲਾਈਫ ਦੇ ਵਿੱਚ ਜੋ ਉਤਰਾਅ ਚੜ੍ਹਾਅ ਆ ਰਹੇ ਨੇਗੇ, ਹੀ ਮਸਟ ਨੋ ਈਚ ਐਂਡ ਐਵਰੀਥਿੰਗ। ਫॉर what is your friend that you should seek him with hours to kill। ਉਹ ਕਿੱਦਾਂ ਦਾ ਦੋਸਤ ਹੋਇਆ, ਫॉर what is your friend, ਉਹ ਕਿੱਦਾਂ ਦਾ ਦੋਸਤ ਹੋਇਆ ਜਿਹਨੂੰ ਤੁਸੀਂ ਉਦੋਂ ਚਾਹੁੰਦੇ ਹੋਗੇ ਜਦੋਂ ਤੁਸੀਂ ਟਾਈਮ ਪਾਸ ਕਰਨਾ ਹੋਵੇ। ਆਵਰਸ ਟੂ ਕਿਲ ਹੁੰਦਾ ਬੇਟਾ ਵੈਨ ਯੂ ਵਾਂਟ ਟੂ ਕਿਲ ਦਾ ਟਾਈਮ, ਕਿਲ ਦਾ ਟਾਈਮ ਤੁਸੀਂ ਟਾਈਮ ਪਾਸ ਕਰਨ ਦੇ ਲਈ। ਉਹ ਕਿੱਦਾਂ ਦਾ ਦੋਸਤ ਹੋਇਆ, ਕਹਿੰਦਾ ਜਿਹਨੂੰ ਕਹਿੰਦਾ ਅਸੀਂ ਟਾਈਮ ਪਾਸ ਦੇ ਲਈ ਵਰਤ ਲਿਆ, ਉਹ ਕੋਈ ਦੋਸਤ ਨਹੀਂ ਹੁੰਦਾ। ਸੀਕ ਹਿਮ ਆਲਵੇਜ਼, ਦੋਸਤ ਤਾਂ ਉਹ ਹੈ ਜਿਹਨੂੰ ਹਮੇਸ਼ਾ ਚਾਹੋ। ਵਿਦ ਆਵਰਸ ਟੂ ਲਿਵ, ਜਿਉਣ ਦੇ ਲਈ। ਦੋਸਤ ਸਾਡੀ ਜ਼ਿੰਦਗੀ ਦੇ ਲਈ ਹੈ, ਨਾ ਕਿ ਟਾਈਮ ਪਾਸ ਕਰਨ ਦੇ ਲਈ ਹੈ। ਕਲੀਅਰ। ਫॉर what is your friend that you should seek him with hours to kill। ਉਹਨੂੰ ਟਾਈਮ ਪਾਸ ਕਰਨ ਦੇ ਲਈ ਯੂਜ਼ ਨਹੀਂ ਕਰਨਾ। seek him always with hours to live, for it is his to fill your need but not your emptiness। ਦੋਸਤ ਨੇ ਤੁਹਾਡੇ ਖਾਲੀਪਣ ਨੂੰ ਨਹੀਂ ਭਰਨਾ। ਇਹ ਨਹੀਂ ਹੈਗਾ ਕਿ ਮੈਂ ਖਾਲੀ ਬੈਠਾਂਗਾ, ਚਲੋ ਜੀ ਦੋਸਤ ਨੂੰ ਫੋਨ ਕਰ ਲਓ, ਟਾਈਮ ਪਾਸ ਕਰ ਲਓ। ਨੋ, ਦਿਸ ਇਜ਼ ਨੋਟ ਫਰੈਂਡਸ਼ਿਪ। ਇਟ ਇਜ਼ ਹੀਜ਼ ਟੂ ਫਿਲ ਯੂਅਰ ਨੀਡ, ਉਹ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਹੈ, ਤੁਹਾਡੇ ਦਿਲ ਦੀਆਂ ਗੱਲਾਂ ਸੁਣਨ ਵਾਸਤੇ ਹੈ। ਉਹ ਤੁਹਾਡੇ ਖਾਲੀਪਣ ਨੂੰ ਭਰਨ ਦੇ ਲਈ ਨਹੀਂ ਹੈਗਾ। ਇਹ ਨਹੀਂ ਕਿ ਮੈਂ ਖਾਲੀ ਬੈਠਿਆ, ਚਲੋ ਜੀ ਦੋਸਤ ਦੇ ਨਾਲ ਗੱਲਾਂ ਕਰ ਲਓ। ਨੋ, ਦਿਸ ਇਜ਼ ਨੋਟ ਫਰੈਂਡਸ਼ਿਪ। ਫਰੈਂਡਸ਼ਿਪ ਇਜ਼ ਵੈਨ ਯੂ ਨੀਡ ਸਮਬਡੀ ਐਂਡ ਯੂ ਟਾਕ ਟੂ ਹਿਮ। And in the sweetness of friendship, let there be laughter and sharing of pleasures। ਦੋਸਤੀ ਦੀ ਸਵੀਟਨੈਸ ਕਿਸ ਚੀਜ਼ ਦੇ ਵਿੱਚ ਹੈ? ਲੈਟ ਦੇयर ਬੀ ਲਾਫਟਰ, ਖੁਸ਼ੀਆਂ ਹੀ ਖੁਸ਼ੀਆਂ ਹੋਣ, ਹਾਸੇ ਹੀ ਹਾਸੇ ਹੋਣ। ਸ਼ੇਅਰਿੰਗ ਆਫ ਪਲੇਜ਼ਰ, ਤੇ ਖੁਸ਼ੀਆਂ
ਨੂੰ ਅਸੀਂ ਆਪਸ ਦੇ ਵਿੱਚ ਵੰਡੀਏ। ਫॉर in the dew of little things the heart finds its morning and is refreshed। ਕਿਉਂਕਿ ਤਰੇਲ ਦੀਆਂ ਬੂੰਦਾਂ ਛੋਟੀਆਂ ਛੋਟੀਆਂ ਹੁੰਦੀਆਂ ਨੇਗੀਆਂ, ਪਰ ਉਹਦੇ ਨਾਲ ਸਾਡਾ ਦਿਨ ਜਿਹੜਾ ਹੈਗਾ ਦਿਨ ਭਰ ਤਾਜ਼ਗੀ ਬਣੀ ਰਹਿੰਦੀ ਹੈ। ਉੱਦਾਂ ਹੀ ਦੋਸਤੀ ਜਿਹੜੀ ਹੈਗੀ ਹੈ, ਇਟ ਇਜ਼ ਲਾਈਕ ਡਿਊ ਡ੍ਰੌਪਸ, ਡਿਊ ਆਫ ਲਿਟਲ ਥਿੰਗਸ, ਦਾ ਹਾਰਟ ਫਾਈਂਡਸ ਇਟਸ ਮੋਰਨਿੰਗ ਐਂਡ ਇਜ਼ ਰੀਫਰੈਸ਼। ਅਤੇ ਇਹਨਾਂ ਡਿਊ ਡ੍ਰੌਪਸ ਦੇ ਨਾਲ ਹੀ ਫਿਰ ਲੱਗਦਾ ਹੈਗਾ ਕਿ ਸਵੇਰ ਹੋ ਗਈ ਹੈ ਅਤੇ ਦਿਲ ਦਿਮਾਗ ਤਰੋਤਾਜ਼ਾ ਹੋ ਜਾਂਦਾ ਹੈ। ਇਸ ਲਈ ਜਿਹੜੀ ਦੋਸਤੀ ਹੈ, ਦੋਸਤ ਨੇ, ਦੋਸਤਾਂ ਦਾ ਜਿਹੜਾ ਪਿਆਰ ਹੈ, ਉਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹਦੇ ਨਾਲ ਦਿਲ ਜਿਹੜਾ ਹੈ ਸਾਡਾ ਰੀਫਰੈਸ਼ ਹੋ ਜਾਂਦਾ ਹੈਗਾ ਅਤੇ ਸਾਡੀ ਲਾਈਫ ਨੂੰ ਇੱਕ ਮੀਨਿੰਗ ਮਿਲਦਾ ਹੈਗਾ। ਸੋ ਆਈ ਹੋਪ ਸਟੂਡੈਂਟਸ the poem is clear to you. Thank you very much.